ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੋਵਿਡ-19 ਦੇ ਟੀਕੇ ਨੂੰ ਲੈ ਕੇ ਖਾਸ ਐਲਾਨ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋ ਕੰਪਨੀਆਂ ਜੋ ਕੋਵਿਡ-19 ਦੇ ਇਲਾਜ ਸੰਬੰਧੀ ਟੀਕੇ ਦੇ ਲਈ ਕੰਮ ਕਰ ਰਹੀਆਂ ਨੇ, ਉਸ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਕਾਫੀ ਵਧੀਆ ਨਤੀਜੇ ਮਿਲ ਰਹੇ ਨੇ, ਜਿਸ ਕਰਕੇ ਪਹਿਲਾਂ ਹੀ ਉਹਨਾਂ ਦੋਵੇਂ ਕੰਪਨੀਆਂ ਦੇ ਨਾਲ ਕੈਨੇਡਾ ਨੇ ਸੰਧੀ ਕਰ ਲਈ ਹੈ। ਨੋਵਾਵੈਕਸ ਇਨਕੋਰਪੋਰੇਸ਼ਨ ਤੇ ਦੂਜੀ ਕੰਪਨੀ ਹੈ ਜੌਨਸਨ ਐਂਡ ਜੌਨਸਨਸ। ਦੋਵਾਂ ਕੰਪਨੀਆਂ ਦੇ ਨਾਲ ਕੈਨੇਡਾ ਸਰਕਾਰ ਦੇ ਵੱਲੋਂ ਸੰਧੀ ਕਰ ਲਈ ਗਈ ਹੈ। ਨੋਵਾਵੈਕਸ ਇਨਕੋਰਪੋਰੇਸ਼ਨ ਦੇ ਨਾਲ 76 ਮਿਲੀਅਨ ਡੋਜ਼ਸ ਟੀਕੇ ਦੀਆਂ ਹੋਣਗੀਆਂ, ਜਿਨ੍ਹਾਂ ਨੂੰ ਲੈ ਕੇ ਸੰਧੀ ਕੀਤੀ ਗਈ ਹੈ ਕਿ ਉਸ ਕੰਪਨੀ ਵੱਲੋਂ ਕੈਨੇਡਾ ਨੂੰ ਦਿੱਤੀਆਂ ਜਾਣਗੀਆਂ, ਤੇ ਜੌਨਸਨ ਐਂਡ ਜੌਨਸਨਸ ਦੇ ਨਾਲ 38 ਮਿਲੀਅਨ ਡੋਜ਼ਸ ਦੇ ਵਾਸਤੇ ਇਹ ਸੰਧੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਸ ਟੀਕੇ ਦੇ ਉੱਤੇ ਪੱਕੇ ਤੌਰ ਦੇ ਉੱਤੇ ਕੰਮ ਹੋ ਜਾਂਦਾ ਹੈ ਤਾਂ 2021 ਦੀਆਂ ਗਰਮੀਆਂ ਤੱਕ ਇਸ ਦੇ ਉੱਤੇ ਅੱਗੇ ਕੰਮ ਸ਼ੁਰੂ ਹੋਵੇਗਾ। ਨੋਵਾਵੈਕਸ ਕੰਪਨੀ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਇਸ ਟੀਕੇ ਦੇ ਉੱਤੇ ਇਸ ਸਮੇਂ ਟ੍ਰਾਇਲ ਚੱਲ ਰਹੇ ਨੇ। ਤਾਂ ਦੂਜੇ ਪਾਸੇ ਜੌਨਸਨ ਐਂਡ ਜੌਨਸਨਸ ਕੰਪਨੀ ਦੇ ਵੱਲੋਂ ਵੀ ਇਸ ਦੇ ਉੱਤੇ ਮਿਡ ਸਟੇਜ ਟ੍ਰਾਇਲਸ ਇਸ ਹਫ਼ਤੇ ਸ਼ੁਰੂ ਕੀਤੇ ਜਾ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਕਈ ਕੰਪਨੀਆਂ ਦੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਗਈ ਹੈ ਤੇ ਕੈਨੇਡਾ ਦੇ ਵਿੱਚ ਵੀ ਇਸ ਉੱਤੇ ਕੰਮ ਹੋ ਰਿਹਾ ਸੀ, ਪਰ ਜਿਸ ਦੇ ਉੱਤੇ ਨਤੀਜੇ ਜ਼ਿਆਦਾ ਵਧੀਆ ਨਿਕਲਦੇ ਦਿਖਦੇ ਨੇ, ਉਸੇ ਨਾਲ ਪਹਿਲਾਂ ਤੋਂ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਜਦੋਂ ਵੀ ਇਹ ਇਲਾਜ ਸਾਹਮਣੇ ਆ ਜਾਂਦਾ ਹੈ ਤਾਂ ਨਾਲ ਹੀ ਕੈਨੇਡਾ ਵਾਸੀਆਂ ਨੂੰ ਇਸ ਸੰਬੰਧੀ ਇਲਾਜ ਮਿਲ ਸਕੇ ਤੇ ਟੀਕੇ ਉਹਨਾਂ ਤੱਕ ਪਹੁੰਚ ਸਕਣ, ਤਾਂ ਕਿ ਕੋਵਿਡ-19 ਦੇ ਉੱਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ। ਭਵਿੱਖ ਵਾਸਤੇ ਪਹਿਲਾਂ ਤੋਂ ਹੀ ਰਣਨੀਤੀਆਂ ਹੀ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਜਦੋਂ ਉਹ ਟੀਕੇ ਆ ਵੀ ਜਾਂਦੇ ਨੇ ਮਾਰਕੀਟ ਦੇ ਵਿੱਚ ਤਾਂ ਕੈਨੇਡਾ ਦੇ ਵਿੱਚ ਆਮ ਲੋਕਾਂ ਤੱਕ ਪਹੁੰਚਣ ਵਾਸਤੇ ਪਹਿਲਾਂ ਤੋਂ ਉਸ ਰਣਨੀਤੀ ਦੇ ਉੱਤੇ ਕੰਮ ਕਰ ਲਿਆ ਜਾਵੇ ਕਿ ਉਹਨਾਂ ਟੀਕਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਇਹ ਵੀ ਕਿਹਾ ਕਿ ਹਜੇ ਬਹੁਤ ਸਾਰਾ ਕੰਮ ਕਰਨਾ ਇਸ ਦੇ ਉੱਤੇ ਬਾਕੀ ਹੈ, ਕਿਉਂਕਿ ਕਿਸੇ ਵੀ ਟੀਕੇ ਨੂੰ ਅੱਗੇ ਬਣਾਉਣਾ ਤੇ ਆਮ ਲੋਕਾਂ ਤੱਕ ਪਹੁੰਚਾਉਣਾ, ਇਸ ਦੇ ਉੱਤੇ ਹਜੇ ਟੈਸਟਿੰਗ ਚੱਲ ਰਹੀ ਹੈ, ਪਰ ਇਸ ਦੇ ਵਧੀਆ ਨਤੀਜੇ ਨਿਕਲਦੇ ਵੀ ਦਿਖਾਈ ਦੇ ਰਹੇ ਨੇ। ਜਿਸ ਦੇ ਵਿੱਚ ਇਹ ਵੀ ਹੈ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਕੰਪਨੀਆਂ ਨੇ ਜਿਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੀਕਾ ਉਹ ਤਿਆਰ ਕਰ ਲੈਣ, ਪਰ ਇਸ ਦੇ ਵਿੱਚ ਉਹਨਾਂ ਕਿਹਾ ਕਿ ਕੈਨੇਡਾ ਨੇ ਕੁਝ ਇਸ ਤਰ੍ਹਾਂ ਹੀ ਸੰਧੀ ਕੀਤੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਨੂੰ ਤੇ ਕੈਨੇਡਾ ਵਾਸੀਆਂ ਨੂੰ ਇਸ ਦੇ ਨਾਲ ਫਾਇਦਾ ਹੋ ਸਕੇ। Taken together, our vaccine agreements with Pfizer, Moderna, Novavax and Johnson & Johnson will give Canada at least 88 million doses, with options to attain tens of millions more. I know that Minister Anand and Minister Haidu will have more details to share at the noon briefing today. In the weeks and months ahead, our government will continue to take the steps needed to make sure Canada gets a COVID-19 vaccine as soon as possible. Once a vaccine is proven to work, we'll also need to be able to produce and distribute it here at home. On that front, I can also announce that we're investing over $126 million to expand the biomanufacturing facility right here at the National Research Council, Royal Mount. This funding will increase this facility's ability to manufacture vaccines and will strengthen the NRC's partnerships with vaccine developers. We expect the facility to be up and running by mid-2021. I want to end by recognizing that tomorrow is the 40th anniversary of Terry Fox's Marathon of Hope. Terry's courage and persistence made him a true Canadian hero and gave hope to people around the world. As we honor his legacy, let's continue to support the people and families affected by cancer and keep working together to find a cure.